ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਜੀ ਦੇ ਕੌਤਕ ਤੇ ਉਪਕਾਰ। ਇੱਕ ਦਿਨ ਸਿੰਘਾਂ ਨੇ ਬੜਾ ਵੱਡਾ ਬੱਬਰ ਸ਼ੇਰ ਮਾਰ ਕੇ ਗੁਰੂ ਜੀ ਦੇ ਹਜ਼ੂਰ ਲਿਆਂਦਾ ਤਾਂ ਸਿੰਘਾਂ ਨੂੰ ਰਹਿਤ ਬਹਿਤ ਵਿੱਚ ਪੱਕੇ ਰਹਿਣ ਦਾ ਉਪਦੇਸ਼ ਦੇਣ ਲਈ ਗੁਰੂ ਜੀ ਨੇ ਉਸ ਸ਼ੇਰ ਦੀ ਖੱਲ ਉਤਰਵਾ ਕੇ ਇੱਕ ਖੋਤੇ ਨੂੰ ਪਿਣਵਾ ਕੇ ਮੜਾ ਦਿੱਤੀ। ਖੋਤਾ ਚਰਦਾ ਚਰਦਾ ਖੇਤਾਂ ਵਿੱਚ ਜਾ ਵੜਿਆ, ਪਰ ਉਸ ਨੂੰ ਸ਼ੇਰ ਸਮਝ ਕੇ ਕੋਈ ਉਸ ਦੇ ਨੇੜੇ ਨਾ ਜਾਵੇ ਅਤੇ ਦੂਰੋਂ ਹੀ ਲੋਕ ਡਰਦੇ ਨੱਸ ਜਾਣ। ਉਸ ਸ਼ੇਰ ਦੀ ਸ਼ਕਲ ਵੇਖ ਕੇ ਹੋਰ ਡੰਗਰ ਆਦਿ ਵੀ ਉਸ ਦੇ ਨੇੜੇ ਨਾ ਜਾਣ। ਖੋਤਾ ਖੇਤ ਵਿੱਚੋਂ ਚਰ ਕੇ ਖੇਤ ਵਿੱਚ ਹੀ ਬਹਿ ਰਿਹਾ। ਖੇਤ ਦੇ ਮਾਲਕ ਜ਼ਿਮੀਂਦਾਰ ਨੇ ਗੁਰੂ ਜੀ ਨੂੰ ਇਸ ਸ਼ੇਰ ਦਾ ਸ਼ਿਕਾਰ ਕਰਨ ਲਈ ਬੇਨਤੀ ਕੀਤੀ, ਪਰ ਗੁਰੂ ਜੀ ਨੇ ਟਾਲ ਦਿੱਤਾ ਅਤੇ ਨਾ ਗਏ। ਗੁਰੂ ਜੀ ਨੂੰ ਪਤਾ ਸੀ ਕਿ ਇਹ ਸ਼ੇਰ ਨਹੀਂ ਹੈ, ਸਗੋਂ ਸਿੰਘਾਂ ਨੂੰ ਵੀ ਅਜਿਹਾ ਕਰਨ ਤੋਂ ਵਰਜ ਦਿੱਤਾ। ਖੋਤੇ ਦਾ ਮਾਲਕ ਖੋਤਾ ਲੱਭੇ, ਪਰ ਖੋਤਾ ਕਿੱਥੋਂ ਲੱਭੇ। ਖੋਤਾ ਜਦੋਂ ਲੇਹੜ ਕੇ ਰਾਤ ਨੂੰ ਖੇਤਾਂ ਵਿੱਚੋਂ ਨਿਕਲ ਕੇ ਆਪਣੇ ਅਸਲੀ ਘਰ ਵੱਲ ਗਿਆ ਅਤੇ ਚੁੱਪ ਕੀਤਾ ਹੀ ਅੰਦਰ ਜਾ ਵੜਿਆ ਤਾਂ ਬਾਕੀ ਖੋਤਿਆਂ ਨੇ ਡਰ ਕੇ ਹੀਂਗਣਾ ਸ਼ੁਰੂ ਕਰ ਦਿੱਤਾ ਤਾਂ ਉਹ ਵੀ ਬਾਕੀ ਭਰਾਵਾਂ ਵਾਂਗ ਹੀਂਗਣ ਲੱਗਾ। ਘਰ ਵਾਲਾ ਵੀ ਪਹਿਲੇ ਡਰਿਆ, ਪਰ ਜਦੋਂ ਖੋਤੇ ਦੀ ਆਵਾਜ਼ ਸੁਣੀ ਤਾਂ ਅੱਗੇ ਹੋਇਆ। ਵੇਖਣ 'ਤੇ ਪਤਾ ਲੱਗਾ ਕਿ ਉਸ 'ਤੇ ਸ਼ੇਰ ਦੀ ਖੱਲ ਪਈ ਹੋਈ ਹੈ। ਉਸ ਨੇ ਖੱਲ ਲਾਹ ਦਿੱਤੀ। ਉਸ ਨੂੰ ਇਹੋ ਸਮਝ ਆਈ ਕਿ ਇਹ ਗੁਰੂ ਜੀ ਦਾ ਹੀ ਕੋਈ ਕੌਤਕ ਹੈ। ਸਵੇਰੇ ਖੱਲ ਲੈ ਕੇ ਉਹ ਗੁਰੂ ਜੀ ਪਾਸ ਪੁੱਜਾ ਤਾਂ ਗੁਰੂ ਜੀ ਨੇ ਸਿੰਘਾਂ ਪ੍ਰਤੀ ਬਚਨ ਕੀਤਾ, ਮੇਰੇ ਪਿਆਰੇ ਸਿੰਘੋ, ਦੇਖੋ ਸ਼ੇਰ ਦੇ ਬੁਰਕੇ ਦਾ ਹੀ ਇਹ ਪ੍ਰਤਾਪ ਸੀ ਕਿ ਇਸ ਖੋਤੇ ਦੇ ਨੇੜੇ ਕੋਈ ਡਰਦਾ ਨਹੀਂ ਸੀ ਜਾਂਦਾ। ਸਭ ਵੇਖ ਕੇ ਕੰਬਦੇ ਸਨ, ਪਰ ਜਿਉਂ ਹੀ ਇਹ ਖੋਤਾ ਮੁੜ ਕੇ ਖੋਤਿਆਂ ਵਿੱਚ ਰਲਿਆ ਤਾਂ ਇਹ ਪਛਾਣਿਆ ਗਿਆ ਅਤੇ ਮੁੜ ਗਧਿਆਂ ਨਾਲ ਹੀ ਕੰਮ ਕਰਨ ਲੱਗ ਪਿਆ ਹੈ। ਇਸੇ ਤਰ੍ਹਾਂ ਤੁਸੀਂ ਵੀ ਹੁਣ ਜੇ ਆਪਣੇ ਬਾਣੇ ਰਹਿਤ ਬਹਿਤ ਵਿੱਚ ਪੱਕੇ ਹੋਵੋਗੇ ਤਾਂ ਇਹ ਹਿੰਦੂ ਤੁਰਕ ਤੁਹਾਥੋਂ ਡਰਦੇ ਰਹਿਣਗੇ, ਪਰ ਤੁਸੀਂ ਜਦੋਂ ਵੀ ਇਸ ਖੋਤੇ ਵਾਂਗ ਅਕਾਲ ਪੁਰਖ ਦੇ ਬਾਣੇ ਦੀ ਪਰਵਾਹ ਨਾ ਰੱਖੀ ਅਤੇ ਆਪਣੇ ਪੁਰਾਣੇ ਮਿਲ ਗੋਬੇ ਜਾਤ ਪਾਤ ਵਾਲੇ ਭਰਾਵਾਂ ਵਿੱਚ ਰਲਣ ਦੀ ਕੋਸ਼ਿਸ਼ ਕੀਤੀ ਤਾਂ ਤੁਹਾਡਾ ਵੀ ਇਹੀ ਹਾਲ ਹੋਵੇਗਾ। ਇਹ ਬ੍ਰਾਹਮਣਾਂ ਦੇ ਵਰਨ ਆਸ਼ਰਮਾਂ ਵਾਲੇ ਹਿੰਦੂ ਪੁਣੇ ਤੋਂ ਮੇਰੇ ਖਾਲਸੇ ਨੇ ਬਚ ਕੇ ਹੀ ਖਾਲਸਾ ਰਹਿਣਾ ਹੈ। ਖਾਲਸਾ ਹਿੰਦੂ ਤੁਰਕ ਤੋਂ ਵੱਖਰਾ ਧਰਮ ਹੈ ਅਤੇ ਇਹ ਅਕਾਲ ਪੁਰਖ ਦਾ ਸੱਚਾ ਧਰਮ ਹੈ ਜੋ ਉਸ ਦੇ ਹੁਕਮ ਨਾਲ ਹੀ ਚਲਾਇਆ ਗਿਆ ਹੈ। ਇਸੇ ਤਰ੍ਹਾਂ ਗੁਰੂ ਜੀ ਨੇ ਇੱਕ ਦਿਨ ਇੱਕ ਗਲਤ ਬਾਣੀ ਪੜ੍ਹਨ ਵਾਲੇ ਸਿੱਖ ਨੂੰ 5 ਚਪੇੜਾਂ ਮਰਵਾਈਆਂ ਅਤੇ ਸ਼ੁੱਧ ਬਾਣੀ ਦਾ ਪਾਠ ਕਰਨ ਦਾ ਉਪਦੇਸ਼ ਦਿੱਤਾ। ਗੁਰੂ ਜੀ ਨੇ ਸਮਝਾਇਆ ਕਿ ਅਸ਼ੁੱਧ ਬਾਣੀ ਦਾ ਪਾਠ ਕਰਨ ਨਾਲ ਅਰਥ ਦਾ ਅਨਰਥ ਹੋ ਜਾਂਦਾ ਹੈ। ਭਾਵ ਗੁਰੂ ਜੀ ਨੇ ਸਿੰਘਾਂ ਨੂੰ ਹੁਕਮ ਦਿੱਤਾ ਕਿ ਉਹ ਬਾਣੀ ਦਾ ਪਾਠ ਅਰਥ ਸਮਝ ਕੇ ਕਰਨ। ਸੋ ਇਸ ਗੱਲ ਤੋਂ ਸਿੰਘਾਂ ਅੰਦਰ ਬਾਣੀ ਦੇ ਅਰਥ ਸਿੱਖਣ ਦੀ ਲਗਨ ਲੱਗ ਗਈ ਅਤੇ ਬਹੁਤੇ ਸਿੰਘ ਵਕਤ ਕੱਢ ਕੇ ਇਹ ਕੰਮ ਕਰਨ ਲੱਗ ਪਏ। ਲੋਹਗੜ੍ਹ ਕਿਲ੍ਹੇ ਦੇ ਬੂਹੇ ਅੱਗੇ ਇੱਕ ਹਰਾ ਭਰਾ ਸੰਘਣਾ ਬੋਹੜ ਸੀ, ਪਰ ਉਹ ਕਿਸੇ ਕਾਰਨ ਸੁੱਕ ਗਿਆ ਅਤੇ ਯਤਨ ਕਰਨ 'ਤੇ ਵੀ ਠੀਕ ਨਹੀਂ ਸੀ ਹੁੰਦਾ। ਸਿੱਖਾਂ ਨੇ ਪੁੱਛਿਆ, ਮਹਾਰਾਜ ਹੁਕਮ ਹੋਵੇ ਤਾਂ ਇਸ ਸੁੱਕੇ ਬੋਹੜ ਨੂੰ ਬੂਹੇ ਅੱਗੋਂ ਹਟਾ ਦੇਈਏ। ਗੁਰੂ ਜੀ ਨੇ ਕਿਹਾ, ਇਹ ਹਰਾ ਹੋ ਸਕਦਾ ਹੈ। ਸਿੱਖਾਂ ਨੇ ਕਿਹਾ, ਮਹਾਰਾਜ ਅਸੀਂ ਤਾਂ ਯਤਨ ਕਰ ਚੁੱਕੇ ਹਾਂ, ਪਰ ਇਹ ਹਰਾ ਨਹੀਂ ਹੋਇਆ। ਤੁਸੀਂ ਦੱਸੋ ਕਿਵੇਂ ਹਰਾ ਹੋ ਸਕਦਾ ਹੈ, ਉਹੀ ਕੁਝ ਕਰੀਏ। ਸਤਿਗੁਰੂ ਜੀ ਨੇ ਕਿਹਾ, ਜਿਸ ਇਸਤਰੀ ਨੇ ਮਰਦ ਦਾ ਕਦੇ ਮੂੰਹ ਨਾ ਫਿਟਕਾਰਿਆ ਹੋਵੇਗਾ, ਉਹ ਇਸ ਦੇ ਮੁੱਢ 'ਤੇ ਨਹਾਵੇ ਤਾਂ ਹਰਾ ਭਰਾ ਹੋ ਜਾਵੇਗਾ। ਇਹ ਗੱਲ ਸਵੇਰੇ ਭਰੇ ਦੀਵਾਨ ਵਿੱਚ ਸੁਣਾਈ ਗਈ ਕਿ ਕੋਈ ਅਜਿਹੀ ਇਸਤਰੀ ਹੋਵੇ ਤਾਂ ਉੱਠੇ। ਦੀਵਾਨ ਵਿੱਚੋਂ ਕੋਈ ਨਾ ਨਿਕਲੀ ਤਾਂ ਗੁਰੂ ਜੀ ਨੇ ਮੇਵੜਿਆਂ ਨੂੰ ਢੰਡੋਰਾ ਫਿਰਵਾਉਣ ਦਾ ਹੁਕਮ ਦਿੱਤਾ
ਢੰਡੋਰਾ ਫੇਰਨ 'ਤੇ ਇੱਕ ਆਗਰੇ ਤੋਂ ਆਈ ਖਤਰਾਣੀ ਨੇ ਕਿਹਾ, ਮਹਾਰਾਜ, ਜੇ ਮੈਨੂੰ ਆਗਿਆ ਦਿਓ ਤਾਂ ਇਸ਼ਨਾਨ ਕਰਾਂ। ਗੁਰੂ ਜੀ ਦੀ ਆਗਿਆ ਪਾ ਕੇ ਉਸ ਇਸਤਰੀ ਨੇ ਪਰਦਾ ਤਾਣ ਕੇ ਇਸ਼ਨਾਨ ਕੀਤਾ ਤਾਂ ਸੱਚਮੁੱਚ ਹੀ ਉਸ ਬੋਹੜ ਵਿੱਚੋਂ ਦੂਜੇ ਦਿਨ ਹੀ ਹਰੀਆਂ ਕਰੂੰਬਲਾਂ ਨਿਕਲ ਆਈਆਂ। ਸੰਗਤਾਂ ਵਿੱਚ ਇਸ ਗੱਲ ਨੂੰ ਬੇਤਾਬੀ ਦੇਖ ਕੇ ਇਹ ਕਿਵੇਂ ਹੋਇਆ? ਗੁਰੂ ਜੀ ਨੇ ਉਸ ਇਸਤਰੀ ਨੂੰ ਪੁੱਛਿਆ ਕਿ ਮਰਦ ਦਾ ਮੂੰਹ ਨਾ ਫਿਟਕਾਰਨ ਦੀ ਗੱਲ ਉਸ ਨੂੰ ਕਿਵੇਂ ਸੁੱਝੀ ਅਤੇ ਉਹ ਇਸ 'ਤੇ ਪੱਕੀ ਕਿਵੇਂ ਰਹੀ? ਇਸਤਰੀ ਨੇ ਦੀਵਾਨ ਵਿੱਚ ਖੜ੍ਹੀ ਹੋ ਕੇ ਗੱਲ ਸੁਣਾਈ। ਹੇ ਸਤਿਗੁਰੂ ਜੀ, ਸਾਡਾ ਪਿਤਾ ਆਗਰੇ ਦੇ ਨਵਾਬ ਦਾ ਦੀਵਾਨ ਸੀ ਅਤੇ ਅਸੀਂ 9 ਭੈਣਾਂ ਉਸ ਦੀਆਂ ਧੀਆਂ ਸਾਂ। ਪੁੱਤਰ ਕੋਈ ਨਹੀਂ ਸੀ। ਸਾਡਾ ਪਿਤਾ ਮਰ ਗਿਆ ਤਾਂ ਪੁੱਤਰ ਨਾ ਹੋਣ ਕਰਕੇ ਬਾਦਸ਼ਾਹ ਨੇ ਹੁਕਮ ਨਾਲ ਸਾਡਾ ਘਰ-ਬਾਰ ਕੁਰਕ ਕੀਤਾ ਗਿਆ। ਪਰ ਉਸ ਸਮੇਂ ਸਾਡੀ ਮਾਤਾ ਹਾਮਲਾ ਸੀ, ਇਸ ਲਈ ਬੱਚੇ ਦੇ ਜਨਮ ਦੀ ਉਡੀਕ ਵਿੱਚ ਕਿ ਜੇ ਪੁੱਤਰ ਹੋ ਗਿਆ ਤਾਂ ਤੁਹਾਡਾ ਰੋਜ਼ੀਨਾ ਕਾਇਮ ਰਹੇਗਾ, ਨਹੀਂ ਤਾਂ ਬੇਦਖਲ ਕਰ ਦਿੱਤਾ ਜਾਵੇਗਾ। ਪਰ ਪ੍ਰਭੂ ਦੀ ਕਿਰਪਾ ਹੋਈ, ਸਾਡਾ ਭਰਾ ਜਨਮਿਆ। ਭਰਾ ਦੇ ਜਨਮ ਲੈਂਦੇ ਹੀ ਕੁਰਕ ਹੋਏ ਘਰ-ਬਾਰ ਦੇ ਸਾਡੇ ਲਈ ਫਿਰ ਜਿੰਦਰੇ ਖੁੱਲ੍ਹ ਗਏ। ਸਾਡਾ ਰੋਜ਼ੀਨਾ ਬਹਾਲ ਹੋ ਗਿਆ। ਉਸ ਦਿਨ ਤੋਂ ਮੈਂ ਨਿਸ਼ਚਾ ਕੀਤਾ ਕਿ ਅਸੀਂ 9 ਭੈਣਾਂ ਪਿਤਾ ਦੇ ਘਰ ਜੰਮੀਆਂ ਨਿਕੰਮੀਆਂ ਅਤੇ ਧਨ ਸਾਡਾ ਇੱਕੋ ਹੀ ਭਰਾ ਹੈ, ਜਿਸ ਦੇ ਜਨਮਦੇ ਹੀ ਸਾਨੂੰ ਸਭ ਕੁਝ ਫਿਰ ਪ੍ਰਾਪਤ ਹੋ ਗਿਆ ਹੈ। ਇਸ ਵਾਸਤੇ ਮੈਂ ਤਾਂ ਉਦੋਂ ਦਾ ਹੀ ਨਰ ਮਰਦ ਨੂੰ ਪ੍ਰਤੱਖ ਪਰਮੇਸ਼ਰ ਦਾ ਰੂਪ ਸਮਝ ਕੇ ਨਾ ਮਰਦ ਨੂੰ ਕਦੇ ਗਾਲ ਕੱਢੀ ਹੈ, ਨਾ ਫਿਟਕਾਰ ਪਾਈ ਹੈ ਅਤੇ ਇਸ ਗੱਲ ਨੇ ਮੈਨੂੰ ਇਸ ਤਰ੍ਹਾਂ ਦਾ ਬਣਾ ਦਿੱਤਾ ਹੈ। ਸਭ ਸੰਗਤਾਂ ਸੁਣ ਕੇ ਅਸਚਰਜ ਅਤੇ ਪ੍ਰਸੰਨ ਵੀ ਬੜੀਆਂ ਹੋਈਆਂ। ਇੱਕ ਦਿਨ ਗੁਰੂ ਜੀ ਮਹੱਲਾਂ ਵਿੱਚੋਂ ਨਿਕਲ ਕੇ ਦੀਵਾਨ ਵੱਲ ਜਾ ਰਹੇ ਸਨ। ਨਾਲ ਸੂਰਬੀਰ ਸਿੰਘ ਸਨ। ਅੱਗੇ ਰਸਤੇ ਵਿੱਚ ਇੱਕ ਸਿੰਘ ਕਿਸੇ ਕੰਧ ਨੂੰ ਲਿੰਬਣ ਜਾਂ ਪੋਚਣ ਲਈ ਗਾਰਾ ਤਿਆਰ ਕਰ ਰਿਹਾ ਸੀ ਕਿ ਲੰਘਦੇ ਗੁਰੂ ਜੀ ਦੇ ਬਸਤਰਾਂ ਉੱਤੇ ਉਸ ਦੇ ਗਾਰੇ ਦੀ ਛਿੱਟ ਪੈ ਗਈ। ਗੁਰੂ ਜੀ ਨੇ ਕਿਹਾ, ਇਸ 'ਤੇ ਚਪੇੜ ਮਾਰੋ। ਇਹ ਸੁਣਦੇ ਕਈ ਸਿੰਘ ਅੱਗੇ ਹੋਏ ਅਤੇ ਉਸ ਦੇ ਕਈ ਚਪੇੜਾਂ ਮਾਰ ਦਿੱਤੀਆਂ। ਗੁਰੂ ਜੀ ਨੇ ਉਸ ਵੇਲੇ ਰੋਕਿਆ ਅਤੇ ਕਿਹਾ, ਅਸਾਂ ਤਾਂ ਇੱਕ ਚਪੇੜ ਮਾਰਨ ਲਈ ਕਿਹਾ ਹੈ, ਪਰ ਤੁਸੀਂ ਤਾਂ ਮਾਰ ਕੁੱਟ ਹੀ ਸ਼ੁਰੂ ਕਰ ਦਿੱਤੀ ਹੈ। ਇਹ ਕਿਉਂ? ਸਿੱਖ ਠਡੰਬਰ ਗਏ, ਪਰ ਫਿਰ ਵੀ ਇੱਕ ਦੋ ਨੇ ਕਿਹਾ, ਮਹਾਰਾਜ, ਤੁਹਾਡਾ ਹੁਕਮ ਮੰਨਿਆ ਹੈ। ਇਹ ਸੁਣ ਗੁਰੂ ਜੀ ਨੇ ਕਿਹਾ, ਜੇ ਹੁਕਮ ਮੰਨਿਆ ਹੈ ਤਾਂ ਇਹ ਹੁਕਮ ਵੀ ਮੰਨੋ। ਇਸ ਚਪੇੜਾਂ ਖਾਣ ਵਾਲੇ ਸਿੰਘ ਨੂੰ ਕੋਈ ਕੰਨਿਆ ਦੇਵੇ। ਪਰ ਇਹ ਹੁਕਮ ਸੁਣ ਕੇ ਸਭ ਚੁੱਪ ਕਰ ਗਏ। ਗੁਰੂ ਜੀ ਨੇ ਕਿਹਾ, ਇਹ ਸਿੱਖੀ ਕਾਹਦੀ ਹੋਈ ਜੋ ਸੌਖਾ ਹੁਕਮ ਤਾਂ ਮੰਨ ਲਿਆ, ਪਰ ਔਖਾ ਹੁਕਮ ਵੇਲੇ ਕੰਨ ਬੰਦ ਕਰ ਲਏ। ਇਹ ਸਿੱਖੀ ਨਹੀਂ ਹੈ। ਕਹਿੰਦੇ ਹਨ, ਗੁਰੂ ਜੀ ਦੇ ਇਸ ਬਚਨ ਨੂੰ ਸੁਣ ਕੇ ਉਸੇ ਵੇਲੇ ਅਜਬ ਸਿੰਘ ਕੰਧਾਰੀ ਸਿੱਖ ਨੇ ਆਪਣੀ ਕੰਨਿਆ ਦਾ ਨਾਤਾ ਉਸ ਸਿੱਖ ਨਾਲ ਕਰਕੇ ਵਿਆਹ ਕਰ ਦਿੱਤਾ। ਗੁਰੂ ਜੀ ਉਸ ਉੱਤੇ ਅਤਿਅੰਤ ਪ੍ਰਸੰਨ ਹੋਏ ਅਤੇ ਸਿੱਖ ਨੂੰ ਨਦਰੀ ਨਦਰ ਨਿਹਾਲ ਕਰ ਦਿੱਤਾ। ਇਸੇ ਤਰ੍ਹਾਂ ਸਿੱਖਾਂ ਨੇ ਮਹਾਰਾਜ ਕੋਲ ਸ਼ਿਕਾਇਤ ਲਾਈ ਕਿ ਮਹਾਰਾਜ, ਲਾਂਗਰੀ ਸਿੰਘ ਰਜਵਾਂ ਭੋਜਨ ਨਹੀਂ ਵਰਤਾਉਂਦੇ, ਇੱਕੋ ਵਾਰੀ ਵਰਤਾ ਕੇ ਮੁੜ ਪੁੱਛਦੇ ਨਹੀਂ। ਇਹ ਸੁਣ ਕੇ ਗੁਰੂ ਜੀ ਨੇ ਕਿਹਾ, ਭਾਈ ਸਿੱਖੋ, ਇਹ ਲਾਂਗਰੀ ਵੀ ਮਸੰਦਾਂ ਵਾਂਗ ਹੀ ਹਨ। ਇਹਨਾਂ ਨੂੰ ਤਾਂ ਖੁੱਲ੍ਹਾ ਲੰਗਰ ਵਰਤਾਉਣ ਦਾ ਹੁਕਮ ਹੈ, ਪਰ ਇਹ ਆਪਣਿਆਂ ਨੂੰ ਹੀ ਰਜਵਾਂ ਦਿੰਦੇ ਹਨ, ਸਭਨਾਂ ਨੂੰ ਨਹੀਂ। ਕਹਿੰਦੇ ਹਨ ਕਿ ਇਸ ਦਿਨ ਤੋਂ ਲੰਗਰ ਵਰਤਾਉਣ ਦਾ ਪ੍ਰਬੰਧ ਆਮ ਸਿੱਖਾਂ ਸੇਵਕਾਂ ਦੇ ਹੱਥ ਵਿੱਚ ਦੇਣ ਦਾ ਹੁਕਮ ਦਿੱਤਾ। ਸਿੱਖੋ, ਜੇ ਸਾਫ਼ ਨੀਅਤ ਨਾਲ ਖੁੱਲ੍ਹਾ ਲੰਗਰ ਸਾਧਾਂ ਅਤੇ ਬੇਹੰਗਮਾਂ ਨੂੰ ਵਰਤਾਓਗੇ ਤਾਂ ਲੰਗਰ ਵਿੱਚ ਕਦੇ ਵੀ ਤੋਟ ਨਹੀਂ ਆਵੇਗੀ। ਅਰਦਾਸਾ ਸੋਧ ਕੇ ਲੰਗਰ ਵਰਤਾਓ, ਗੁਰੂ ਨਾਨਕ ਆਪੇ ਹੀ ਬਰਕਤ ਪਾਏਗਾ। ਜੋ ਸਿੱਖ ਲੰਗਰ ਵਿੱਚ ਪਰਾਏ ਦੀ ਬਹੂ ਬੇਟੀ ਨੂੰ ਮੰਦੀ ਨਜ਼ਰ ਨਾਲ ਤੱਕੇਗਾ, ਉਹ ਨਰਕਗਾਮੀ ਹੋਵੇਗਾ। ਰੁੱਖਾ ਅਤੇ ਸਾਦਾ ਜਿਹਾ ਲੰਗਰ ਹੋਵੇ, ਉਹ ਸਭ ਨੂੰ ਵਰਤੇ, ਸਿੱਖ ਸ਼ੁਕਰ ਕਰਕੇ ਛਕੇ ਅਤੇ ਛਕਾਵੇ।
ਫਿਰ ਅਜਿਹੇ ਲੰਗਰ ਤੇ ਲੰਗਰ ਦੇ ਵਰਤਾਵਿਆਂ ਦੀ ਜੋ ਨਿੰਦਾ ਕਰੇਗਾ ਉਹ ਕੁੱਕਰ ਤੇ ਸੂਕਰ ਬਣ ਕੇ ਦੁੱਖ ਭੋਗੇਗਾ। ਗੁਰੂ ਅਰਜਨ ਸਾਹਿਬ ਵੇਲੇ ਮੰਡੀ ਦੇ ਰਾਜੇ ਨੂੰ ਲੇਖ ਨਾ ਮਿਟਈ ਹੇ ਸਖੀ ਦੀ ਤੁਕ ਸੁਣ ਕੇ ਸ਼ੰਕਾ ਹੋਇਆ ਸੀ ਕਿ ਗੁਰੂ ਜੀ ਨੇ ਉਸ ਦੀ ਨਿਸ਼ਾ ਕੀਤੀ ਸੀ। ਇਸੇ ਤਰ੍ਹਾਂ ਹੀ ਇੱਕ ਵੇਰ ਇੱਕ ਕਾਜੀ ਨੇ ਗੁਰੂ ਜੀ ਦੇ ਦਰਬਾਰ ਵਿੱਚ ਸਿੱਖਾਂ ਨੂੰ ਮੱਥੇ ਟੇਕਦੇ ਤੇ ਭੇਟਾਂ ਚੜ੍ਹਾਉਂਦੇ ਤੱਕਿਆ ਤਾਂ ਤਰਕ ਕਰਕੇ ਕਹਿਣ ਲੱਗਾ, ਹੇ ਗੁਰੂ ਜੀ, ਤੁਸੀਂ ਭੇਟਾਂ ਲੈ ਕੇ ਹਰ ਸਿੱਖ ਨੂੰ ਮਨੋਕਾਮਨਾ ਪੂਰੀ ਹੋਣ ਦਾ ਵਰ ਦੇਈ ਜਾਂਦੇ ਹੋ ਅਤੇ ਕਈ ਕਾਮਨਾ ਪੂਰਨ ਹੋਣ 'ਤੇ ਤੁਹਾਨੂੰ ਭੇਟਾਂ ਦੇਣ ਆਉਂਦੇ ਹਨ। ਇਹ ਦੇਖ ਕੇ ਮੇਰੇ ਮਨ ਵਿੱਚ ਸੰਸਾ ਹੋਇਆ ਹੈ ਕਿ ਤੁਹਾਡੇ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ ਕਿ ਲੇਖ ਨਾ ਮਿਟਈ ਹੇ ਸਖੀ ਜੋ ਲਿਖਿਆ ਕਰਤਾਰ ਤੇ ਜੋ ਕਿਛ ਪਾਇਆ ਸੋ ਏਕਾ ਵਾਰ। ਇਸ ਹਾਲਤ ਵਿੱਚ ਜਾਂ ਤਾਂ ਇਹ ਤੁਕਾਂ ਗਲਤ ਹਨ, ਜੇ ਤੁਹਾਡੇ ਦਰਸ਼ਨ ਕਰਨ ਜਾਂ ਭੇਟਾਂ ਭੇਟ ਕਰਨ ਨਾਲ ਸਿੱਖਾਂ ਨੂੰ ਕੁਝ ਵਾਧੂ ਮਾਲ ਮਿਲ ਜਾਂਦਾ ਹੈ, ਪਰ ਜੇ ਗ੍ਰੰਥ ਸਾਹਿਬ ਦੀਆਂ ਤੁਕਾਂ ਦਰੁਸਤ ਹਨ ਕਿ ਪ੍ਰਭੂ ਨੇ ਜੋ ਕੁਝ ਕਿਸੇ ਦੇ ਭਾਗ ਦਾ ਲਿਖਿਆ ਹੈ ਉਹੀ ਪ੍ਰਾਪਤ ਹੁੰਦਾ ਹੈ, ਵਾਧ ਘਾਟ ਨਹੀਂ ਹੋ ਸਕਦੀ, ਤਾਂ ਫਿਰ ਤੁਹਾਡੇ ਦਰ 'ਤੇ ਆਉਣ ਵਾਲਿਆਂ ਨੂੰ ਕੋਈ ਲਾਭ ਨਹੀਂ ਹੋ ਸਕਦਾ। ਚਾਲਾਕ ਕਾਜੀ ਨੇ ਬੁਝਾਰਤ ਪਾਈ, ਪਰ ਸਮਰੱਥ ਸਤਿਗੁਰੂ ਜੀ ਨੇ ਆਪਣੇ ਕੋਲ ਪਈ ਮੋਹਰ ਕਾਜੀ ਨੂੰ ਦਿਖਾਈ ਅਤੇ ਕਿਹਾ, ਇਹ ਅੱਖਰ ਕਿਸੇ ਦਾ ਕੁਝ ਸਵਾਰਦੇ ਹਨ। ਕਾਜੀ ਨੇ ਕਿਹਾ, ਨਹੀਂ, ਉਹੀ ਮੋਹਰ ਗੁਰੂ ਜੀ ਨੇ ਆਪਣੇ ਪਾਸ ਪਏ ਕਾਗਜ਼ 'ਤੇ ਲਾ ਕੇ ਕੁਝ ਲਿਖ ਕੇ ਖਜ਼ਾਨਚੀ ਪਾਸ ਉਸ ਨੂੰ ਭੇਜ ਦਿੱਤਾ, ਜੋ ਮੋਹਰ ਤੋਂ ਬਿਨਾਂ ਝੂਠਾ ਅਤੇ ਜਾਲੀ ਸੀ, ਪਰ ਮੋਹਰ ਲੱਗਣ ਕਰਕੇ ਕਾਜੀ ਨੂੰ ਮੋਹਰਾਂ ਪ੍ਰਾਪਤ ਹੋਈਆਂ। ਕਾਜੀ ਮੋਹਰਾਂ ਲੈ ਕੇ ਵਾਪਸ ਪੁੱਜਾ ਤਾਂ ਗੁਰੂ ਜੀ ਨੇ ਕਿਹਾ, ਦੇਖੋ, ਨਿਰੰਕਾਰ ਦੇ ਪੁੱਠੇ ਸਿੱਧੇ ਲੇਖਾਂ ਨੂੰ ਨਾ ਕੋਈ ਮੇਟਦਾ ਹੈ ਨਾ ਵਧਾਉਂਦਾ ਹੈ, ਪਰ ਨਿਰੰਕਾਰੀ ਸਤਿਗੁਰੂ ਜੀ ਦੀ ਜੋਤ ਵਿੱਚ ਇਹ ਸ਼ਕਤੀ ਹੈ ਕਿ ਜਦ ਸਿੱਖ ਦਾ ਸੀਸ ਗੁਰੂ ਚਰਨਾਂ 'ਤੇ ਗੁਰੂਦੁਆਰੇ 'ਤੇ ਝੁਕਦਾ ਹੈ ਅਤੇ ਚਰਨ ਧੂੜੀ ਪ੍ਰਾਪਤ ਕਰਦਾ ਹੈ, ਉਸ ਦੇ ਪੁੱਠੇ ਪਏ ਲੇਖ ਸਿੱਧੇ ਹੋ ਜਾਂਦੇ ਹਨ, ਜੋ ਹੋਰ ਕਿਸੇ ਯਤਨ ਨਾਲ ਪ੍ਰਾਪਤ ਹੁੰਦੀ ਹੈ, ਅਤੇ ਸਿੱਖ ਦੀਆਂ ਸਭ ਕਾਮਨਾ ਆਪਣੇ ਆਪ ਹੀ ਪੂਰਨ ਹੋ ਜਾਂਦੀਆਂ ਹਨ। ਇਹ ਸੁਣ ਕੇ ਕਾਜੀ ਨੂੰ ਅੱਗੋਂ ਕੋਈ ਜਵਾਬ ਨਾ ਆਵੜਿਆ ਅਤੇ ਸਿਰ ਝੁਕਾ ਕੇ ਨਿਰਉੱਤਰ ਹੋ ਕੇ ਚਲਾ ਗਿਆ। ਇੱਕ ਵੇਰਾ ਗੁਰੂ ਜੀ ਨੂੰ ਪਿਆਸ ਲੱਗੀ ਤਾਂ ਆਪਣੇ ਸੇਵਕ ਨੂੰ ਪਾਣੀ ਪਿਆਉਣ ਲਈ ਕਿਹਾ, ਪਰ ਉਹ ਹੈ ਨਹੀਂ ਸੀ। ਕੋਲ ਇੱਕ ਹੋਰ ਅਮੀਰ ਸਿੱਖ ਦਾ ਪੁੱਤਰ ਖੜ੍ਹਾ ਸੀ। ਆਗਿਆ ਲੈ ਕੇ ਉਹ ਜਲ ਦਾ ਛੰਨਾ ਭਰ ਲਿਆਇਆ। ਉਸ ਦੇ ਹੱਥ ਬੜੇ ਹੀ ਕੂਲੇ ਅਤੇ ਨਰਮ ਵੇਖ ਕੇ ਚੋਜੀ ਗੁਰੂ ਜੀ ਨੇ ਪੁੱਛਿਆ, ਬੱਚਿਆ, ਕੀ ਗੱਲ ਹੈ, ਤੇਰੇ ਹੱਥ ਬਹੁਤੇ ਹੀ ਕੂਲੇ ਹਨ, ਕੀ ਕਦੇ ਕੋਲੇ ਮਾਂਜਣ ਜਾਂ ਭਾਂਡੇ ਧੋਣ ਆਦਿ ਦੀ ਸੇਵਾ ਨਹੀਂ ਕੀਤੀ? ਬਾਲਕ ਨੇ ਜਵਾਬ ਦਿੱਤਾ, ਮਹਾਰਾਜ, ਮੈਂ ਕੀ ਸੇਵਾ ਕਰਨੀ ਹੈ, ਘਰ ਵਿੱਚ ਨੌਕਰ ਚਾਕਰ ਹਨ, ਉਹੀ ਸਭ ਕੁਝ ਕਰਦੇ ਹਨ, ਮੈਂ ਤਾਂ ਅੱਜ ਤੁਹਾਨੂੰ ਹੀ ਜਲ ਦਾ ਕੌਲਾ ਮਾਂਜ ਕੇ ਦਿੱਤਾ ਹੈ। ਗੁਰੂ ਜੀ ਨੇ ਕਿਹਾ, ਤੇਰੇ ਹੱਥ ਅਪਵਿੱਤਰ ਹਨ, ਜੋ ਸਾਧ ਸੰਗਤ ਦੀ ਸੇਵਾ ਨਹੀਂ ਕਰਦੇ ਉਹ ਨਿਹਫਲ ਹਨ। ਇਹ ਅੱਖਾਂ, ਇਹ ਕੰਨ, ਪੈਰ ਅਤੇ ਹੱਥ ਸਭ ਕੁਝ ਹੀ ਅਪਵਿੱਤਰ ਹਨ, ਜੇ ਇਹ ਸੰਗਤ ਅਤੇ ਗੁਰੂ ਦੀ ਸੇਵਾ ਵਿੱਚ ਨਹੀਂ ਲੱਗਦੇ। ਗੁਰੂ ਜੀ ਦਾ ਬਚਨ ਬਾਲਕ ਪ੍ਰਤੀ ਸੀ, ਪਰ ਉਪਦੇਸ਼ ਸਭ ਲਈ ਸੀ। ਉਹ ਬਾਲਕ ਉਸੇ ਦਿਨ ਤੋਂ ਗੁਰੂ ਕੇ ਲੰਗਰ ਦੀ ਸੇਵਾ ਵਿੱਚ ਲੱਗ ਗਿਆ। ਇਉਂ ਗੁਰੂ ਜੀ ਨਿੱਤ ਹੀ ਕੋਈ ਨਾ ਕੋਈ ਕੌਤਕ ਕਰਦੇ ਅਤੇ ਸਿੰਘਾਂ ਨੂੰ ਸਿੱਖਿਆ ਦਿੰਦੇ। ਬਾਬਾ ਬੁਟੇਕੇ ਸਾਹਿਬ ਰਾਮ ਕੌਰ ਜੀ। ਇੱਕ ਦਿਨ ਸੁਖਮਨੀ ਸਾਹਿਬ ਦਾ ਪਾਠ ਕਰਦੇ ਕਰਦੇ ਮਾਤਾ ਗੁਜਰੀ ਜੀ ਦੇ ਮਨ ਵਿੱਚ ਫੁਰਨਾ ਫੁਰਿਆ ਕਿ ਬ੍ਰਹਮ ਗਿਆਨੀ ਦੀ ਜੋ ਤਾਰੀਫ ਸਾਡੇ ਵੱਡੇ ਗੁਰੂ ਸਾਹਿਬਾਂ ਨੇ ਲਿਖੀ ਹੈ, ਕੀ ਅਜਿਹਾ ਕੋਈ ਹੈ ਵੀ? ਮਾਤਾ ਜੀ ਨੇ ਇਹ ਸੰਸਾ ਅਤੇ ਬ੍ਰਹਮ ਗਿਆਨੀ ਦੇ ਦਰਸ਼ਨ ਕਰਨ ਦਾ ਖਿਆਲ ਦਸ਼ਮੇਸ਼ ਜੀ ਪ੍ਰਤੀ ਦੱਸਿਆ। ਸਾਹਿਬਾਂ ਨੇ ਕਿਹਾ, ਮਾਤਾ ਜੀ, ਗੁਰੂ ਨਾਨਕ ਦੀ ਸਿੱਖੀ ਦੇ ਬਾਗ ਵਿੱਚ ਸਭ ਤਰ੍ਹਾਂ ਦੇ ਫਲ ਹਨ, ਕਿਸੇ ਚੀਜ਼ ਦੀ ਘਾਟ ਨਹੀਂ ਹੈ। ਜੇ ਤੁਸਾਂ ਬ੍ਰਹਮ ਗਿਆਨੀ ਦੇ ਦਰਸ਼ਨ ਕਰਨੇ ਹਨ ਤਾਂ ਕੱਲ੍ਹ ਅੰਮ੍ਰਿਤ ਵੇਲੇ ਉੱਠੋ, ਇਸ਼ਨਾਨ ਅਤੇ ਨਿਤਨੇਮ ਉਪਰੰਤ ਗੁਰਬਾਣੀ ਦਾ ਪਾਠ ਕਰਕੇ ਹੱਥੀਂ ਭੋਜਨ ਤਿਆਰ ਕਰੋ ਅਤੇ 9 ਗੁਰੂ ਸਾਹਿਬਾਂ ਅੱਗੇ ਅਰਦਾਸ ਕਰਕੇ
ਬ੍ਰਹਮ ਗਿਆਨੀ ਦੇ ਦਰਸ਼ਨਾਂ ਦੀ ਮੰਗ ਕਰੋਗੇ ਤਾਂ ਤੁਹਾਡਾ ਭੋਜਨ ਸੱਚਮੁੱਚ ਹੀ ਬ੍ਰਹਮ ਗਿਆਨੀ ਜੀ ਹੀ ਆ ਕੇ ਖਾਣਗੇ। ਪਰ ਤੁਸਾਂ ਬ੍ਰਹਮ ਗਿਆਨੀ ਨੂੰ ਭੋਜਨ ਛਕਾਉਣ ਤੋਂ ਪਹਿਲੇ ਆਪ ਭੋਜਨ ਨਹੀਂ ਕਰਨਾ, ਕਾਹਲੇ ਨਾ ਪੈ ਜਾਣਾ। ਮਾਤਾ ਜੀ ਨੇ ਉਵੇਂ ਹੀ ਕੀਤਾ। ਸਵੇਰੇ ਇਸ਼ਨਾਨ ਅਤੇ ਨਿਤਨੇਮ ਪਿੱਛੋਂ ਅਰਦਾਸ ਕੀਤੀ, ਭੋਜਨ ਤਿਆਰ ਕਰਕੇ ਫਿਰ ਅਰਦਾਸ ਕੀਤੀ। ਮਨ ਵਿੱਚ ਸੱਚਮੁੱਚ ਹੀ ਗੁਰਬਾਣੀ ਵਿੱਚ ਦੱਸੇ ਵਰਗੇ ਬ੍ਰਹਮ ਗਿਆਨੀ ਦੇ ਦਰਸ਼ਨਾਂ ਦੀ ਤਾਂਘ ਲੱਗੀ ਹੋਈ ਸੀ ਅਤੇ ਫਿਰ ਦਸ਼ਮੇਸ਼ ਜੀ ਦੇ ਬਚਨਾਂ 'ਤੇ ਵੀ ਨਿਸ਼ਚਾ ਸੀ। ਪਰ ਹੁਣ ਬ੍ਰਹਮ ਗਿਆਨੀ ਕਿਹੜਾ ਸੀ? ਮਾਤਾ ਜੀ ਨੇ ਗੁਰੂ ਜੀ ਨੂੰ ਜਦ ਆਪਣਾ ਫੁਰਨਾ ਦੱਸਿਆ ਸੀ ਤਾਂ ਉਸੇ ਵੇਲੇ ਬਾਬਾ ਬੁੱਢਾ ਜੀ ਦੀ ਬੰਸ ਦੇ ਸਾਹਿਬ ਰਾਮ ਕੌਰ ਜੀ ਰਮਦਾਸ ਵਿੱਚ ਰਹਿੰਦੇ ਸਨ। ਰਮਦਾਸ ਤੋਂ 125 ਮੀਲ ਤੋਂ ਵਧੇਰੇ ਅਨੰਦਪੁਰ ਦਾ ਫਾਸਲਾ ਸੀ, ਪਰ ਉਸੇ ਦਿਨ ਹੀ ਸਾਹਿਬ ਰਾਮ ਕੌਰ ਜੀ ਨੇ ਅਨੰਦਪੁਰ ਜਾਣ ਦਾ ਖਿਆਲ ਕੀਤਾ। ਉੱਧਰੋਂ ਮਾਤਾ ਜੀ ਸਵੇਰੇ ਉੱਠੇ, ਇਸ਼ਨਾਨ ਕੀਤਾ ਅਤੇ ਉੱਧਰੋਂ ਇਹਨਾਂ ਨੇ ਤਿਆਰੀ ਕਰਕੇ ਮੂੰਹ ਹਨੇਰੇ ਹੀ ਚਾਲੇ ਪਾ ਦਿੱਤੇ। ਸੂਰਜ ਚੜ੍ਹਨ ਤੋਂ ਪਹਿਲਾਂ ਹੀ ਇਹਨਾਂ ਦੀ ਤੇਜ਼ ਚਾਲ ਘੋੜੀ ਇਹਨਾਂ ਨੂੰ ਅੰਮ੍ਰਿਤਸਰ ਲੈ ਆਈ। ਇੱਥੋਂ ਇਸ਼ਨਾਨ ਅਤੇ ਦਰਸ਼ਨ ਕਰਕੇ ਫਿਰ ਅਨੰਦਪੁਰ ਵੱਲ ਤੁਰ ਪਏ। ਪਰ ਬਿਆਸਾ ਲੰਘਦੇ ਹੀ ਦੁਪਹਿਰਾ ਹੋ ਗਿਆ। ਸਾਹਿਬ ਰਾਮ ਕੌਰ ਨੂੰ ਆਤਮਾ ਵਿੱਚ ਖਿੱਚ ਪਈ, ਭੁੱਖ ਵੀ ਲੱਗੀ ਸੀ, ਪਰ ਜੇ ਚਾਲ ਅਨੁਸਾਰ ਚੱਲਦੇ ਤਾਂ ਸ਼ਾਮ ਤੱਕ ਮਸਾਂ ਹੀ ਅਨੰਦਪੁਰ ਅੱਪੜਨਾ ਸੀ। ਇਸ ਲਈ ਝੱਟ ਹੀ ਸੂਰਤ ਦੀ ਸਵਾਰੀ ਕਰਕੇ ਉਸੇ ਵੇਲੇ ਅਨੰਦਪੁਰ ਪੁੱਜੇ। ਸਤਿਗੁਰੂ ਜੀ ਵੀ ਅੱਜ ਘਰ ਮਹੱਲਾਂ ਵਿੱਚ ਤਾਂ ਨਾ ਗਏ ਅਤੇ ਬਾਹਰ ਦੀਵਾਨ ਵਿੱਚ ਹੀ ਬੈਠੇ ਰਹੇ। ਦੀਵਾਨ ਵਿੱਚ ਹੀ ਗੁਰੂ ਜੀ ਨੂੰ ਮਹੱਲਾਂ ਵਿੱਚੋਂ ਮਾਤਾ ਜੀ ਦੇ ਸੁਨੇਹੇ ਪੁੱਜੇ ਕਿ ਸਿੱਖ ਨੂੰ ਭੇਜੋ। ਮਾਤਾ ਜੀ ਭੋਜਨ ਤਿਆਰ ਕਰਕੇ ਉਡੀਕ ਕਰ ਰਹੇ ਹਨ, ਪਰ ਸਤਿਗੁਰੂ ਜੀ ਵੀ ਬਾਹਰ ਇਸੇ ਲਈ ਬੈਠੇ ਸਨ ਕਿ ਉਹ ਵੀ ਉਡੀਕ ਕਰ ਰਹੇ ਸਨ। ਤਗੜਾ ਦੁਪਹਿਰਾ ਹੋਣ 'ਤੇ ਸਾਹਿਬ ਰਾਮ ਕੌਰ ਜੀ ਪੁੱਜੇ ਅਤੇ ਸਿੱਧੇ ਦੀਵਾਨ ਵਿੱਚ ਗਏ। ਦਸ਼ਮੇਸ਼ ਜੀ ਨੂੰ ਨਮਸਕਾਰ ਕੀਤੀ ਅਤੇ ਬੈਠਣ ਲੱਗੇ ਤਾਂ ਉਹਨਾਂ ਫਰਮਾਇਆ, ਬਾਬੇ ਇੱਥੇ ਬੈਠੋ ਨਹੀਂ, ਮਾਤਾ ਜੀ ਪਾਸ ਜਾਵੋ, ਤੁਹਾਨੂੰ ਸਵੇਰ ਦੇ ਉਡੀਕ ਰਹੇ ਹਨ। ਸਾਹਿਬ ਰਾਮ ਕੌਰ ਜੀ ਨੇ ਸਤ ਬਚਨ ਕਿਹਾ ਅਤੇ ਮਹੱਲਾਂ ਵਿੱਚ ਮਾਤਾ ਜੀ ਪਾਸ ਚਲੇ ਗਏ। ਮਾਤਾ ਜੀ ਮੈਂ ਆ ਗਿਆ ਹਾਂ। ਜਾਂਦੇ ਹੀ ਸਾਹਿਬ ਰਾਮ ਕੌਰ ਜੀ ਨੇ ਆਵਾਜ਼ ਦਿੱਤੀ। ਮਾਤਾ ਜੀ ਨੇ ਬੜੇ ਆਦਰ ਨਾਲ ਅੰਦਰ ਲਿਜਾ ਕੇ ਆਸਣ 'ਤੇ ਬਿਠਾਇਆ ਅਤੇ ਕਿਹਾ, ਬਾਬੇ ਕੇ ਭੋਜਨ ਛਕੋ। ਹਾਂ ਮਾਤਾ ਜੀ, ਭੋਜਨ ਤਾਂ ਛਕਣਾ ਹੈ, ਬੜੀ ਭੁੱਖ ਲੱਗੀ ਹੈ। ਮਾਤਾ ਜੀ ਨੇ ਸਵਾਦਿਸ਼ਟ ਭੋਜਨ ਤਿਆਰ ਕੀਤੇ ਸਨ, ਪਰ ਉਹਨਾਂ ਦਾ ਵਿਚਾਰ ਤਾਂ ਬ੍ਰਹਮ ਗਿਆਨੀ ਦੇ ਦਰਸ਼ਨ ਕਰਨਾ ਸੀ ਅਤੇ ਪਰਖ ਕਰਨੀ ਸੀ ਕਿ ਸੱਚਮੁੱਚ ਹੀ ਇਹ ਬ੍ਰਹਮ ਗਿਆਨੀ ਹਨ। ਮਾਤਾ ਜੀ ਨੇ ਭੋਜਨ ਲਿਆਂਦੇ ਅਤੇ ਅੱਗੇ ਰੱਖੇ। ਬਾਬਾ ਜੀ ਛਕਣ ਲੱਗੇ। ਬ੍ਰਹਮ ਗਿਆਨੀ ਸਵਾਦੂ ਨਹੀਂ ਹੁੰਦਾ, ਉਸ ਦੇ ਲਈ ਕੰਚਨ ਅਤੇ ਮਿੱਟੀ ਇੱਕ ਸਮਾਨ ਹੁੰਦੀ ਹੈ। ਕੌੜਾ ਮਿੱਠਾ ਦੋਵੇਂ ਇੱਕੋ ਜਿਹੇ, ਭਾਵ ਦੁੱਖ ਸੁੱਖ ਨੂੰ ਇੱਕ ਸਮਾਨ ਸਮਝਣ ਵਾਲਾ ਬ੍ਰਹਮ ਗਿਆਨੀ ਹੀ ਹੁੰਦਾ ਹੈ। ਪਰ ਮਾਤਾ ਜੀ ਪਰਖ ਕਿਵੇਂ ਕਰਦੇ? ਉਹਨਾਂ ਖੀਰ ਵਿੱਚ ਕੁੜੱਤਣ ਰਲਾ ਦਿੱਤੀ ਜਾਂ ਰੇਤ ਕਿਰਖ ਪਾ ਦਿੱਤੀ, ਪਰ ਬਾਬਾ ਜੀ ਆਨੰਦ ਨਾਲ ਛਕੀ ਗਏ। ਨਾ ਰੇਤ ਨਾ ਕੁੜੱਤਣ ਕਿਸੇ ਗੱਲ ਦਾ ਵੀ ਖਿਆਲ ਪ੍ਰਗਟ ਨਾ ਕੀਤਾ। ਮਾਤਾ ਜੀ ਨੇ ਇੱਕ ਦੋ ਗੱਲਾਂ ਹੋਰ ਵੀ ਐਸੀਆਂ ਕੀਤੀਆਂ, ਪਰ ਸਾਹਿਬ ਰਾਮ ਕੌਰ ਜੀ ਪ੍ਰਸ਼ਾਦ ਛਕ ਕੇ ਬੜੀ ਪ੍ਰਸੰਨਤਾ ਨਾਲ ਉੱਠੇ ਅਤੇ ਕਿਹਾ, ਮਾਤਾ ਜੀ ਤੁਹਾਡੇ ਪ੍ਰਸ਼ਾਦ ਛਕਣ ਲਈ ਸਾਨੂੰ ਘਰੋਂ ਰਮਦਾਸੋਂ ਇੱਥੇ ਪੁੱਜਣਾ ਪਿਆ ਹੈ ਅਤੇ ਬੜਾ ਹੀ ਆਨੰਦ ਆਇਆ ਹੈ। ਭਾਵ ਜੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸਾ ਬਿੱਖ ਖਾਟੀ। ਮਾਤਾ ਜੀ ਨੇ ਗੱਲਾਂ ਬਾਤਾਂ ਕਰਕੇ ਸਭ ਕੁਝ ਪੁੱਛਿਆ ਤਾਂ ਪਤਾ ਲੱਗਾ ਕਿ ਇੰਨੀ ਦੂਰੋਂ ਇੰਨੀ ਛੇਤੀ ਆਉਣ ਵਾਲਾ ਬ੍ਰਹਮ ਗਿਆਨੀ ਤੋਂ ਬਿਨਾਂ ਹੋਰ ਕੌਣ ਹੋ ਸਕਦਾ ਹੈ। ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਦਜੀਵੇ ਨਹੀਂ ਮਰਤਾ। ਫਿਰ ਕੁੜੱਤਣ ਅਤੇ ਰੇਤ ਦੀ ਸ਼ਿਕਾਇਤ ਨਹੀਂ ਕੀਤੀ। ਮਾਤਾ ਜੀ ਨੇ ਜਾਂਦੀ ਵਾਰੀ ਬ੍ਰਹਮ ਗਿਆਨੀ ਦੇ ਦਰਸ਼ਨ ਕਰਨ ਦੀ ਗੱਲ ਦੱਸੀ ਅਤੇ ਦਸ਼ਮੇਸ਼ ਜੀ ਦੇ ਬਚਨਾਂ ਅਨੁਸਾਰ ਹੀ ਸਭ ਕੁਝ ਹੋਇਆ ਦੱਸਿਆ। ਉੱਤਮ ਸਾਹਿਬ ਮਾਲਕ ਦੀ ਇਹੀ ਪਛਾਣ ਹੈ ਕਿ ਉਹ ਆਪਣੇ ਚਾਕਰ ਸੇਵਕ ਦੀ ਸੰਭਾਲ ਕਰਦਾ ਹੈ। ਸਾਹਿਬ ਰਾਮ ਕੌਰ ਜੀ ਨੂੰ ਇਸ ਵੇਲੇ ਪਤਾ ਲੱਗਾ ਕਿ ਸ਼੍ਰੀ ਦਸ਼ਮੇਸ਼ ਜੀ ਨੇ ਉਹਨਾਂ ਨੂੰ ਬ੍ਰਹਮ ਗਿਆਨੀ ਦੀ ਪਦਵੀ ਬਖਸ਼ੀ ਹੈ ਤਾਂ ਸੂਖਮ ਜਿਹੀ ਹੰਗਤਾ ਪੈਦਾ ਹੋ ਗਈ।
ਪਰ ਸਾਹਿਬਾਂ ਨੇ ਉਸੇ ਵੇਲੇ ਇਸ ਦਾ ਇਲਾਜ ਕਰ ਦਿੱਤਾ। ਹੁਕਮ ਦੇ ਕੇ ਵੱਡੇ ਕੜਾਹੇ ਪ੍ਰਸ਼ਾਦ ਦੇ ਬਣਵਾਏ ਅਤੇ ਸਿੰਘਾਂ ਨੂੰ ਕਿਹਾ, ਲੁੱਟੋ। ਇਸ ਲੁੱਟ ਵਿੱਚ ਸਾਹਿਬ ਰਾਮ ਕੌਰ ਜੀ ਸ਼ਾਮਿਲ ਨਾ ਹੋਏ। ਉਹਨਾਂ ਨੇ ਕੌਤਕੀ ਸਤਿਗੁਰੂ ਦੇ ਹੁਕਮ ਨਾਲੋਂ ਆਪਣੇ ਸੰਤੋਖ ਰੱਖਣ ਦੇ ਗੁਣ ਨੂੰ ਰੱਖਣਾ ਜ਼ਰੂਰੀ ਸਮਝਿਆ। ਨਾਲੇ ਕਿਹਾ, ਕੜਾਹ ਪ੍ਰਸ਼ਾਦ ਦੇ ਨਾਲ ਗੁਰੂ ਕੇ ਦੀਵਾਨ ਵਿੱਚ ਕਲਯੁੱਗ ਦਾ ਆਉਣਾ ਹੋ ਗਿਆ। ਪਰ ਉਹਨਾਂ ਦੇ ਬਚਨ ਸੁਣ ਕੇ ਗੁਰੂ ਜੀ ਕਿਹਾ, ਇਹਨਾਂ ਦੇ ਘਰ ਵੀ ਕਲਯੁੱਗ ਕੰਧਾਂ ਕੋਠੇ ਟੱਪ ਕੇ ਆਇਆ ਕਰੇਗਾ। ਇਹ ਸੁਣ ਕੇ ਰਾਮ ਕੌਰ ਜੀ ਘਬਰਾਏ ਅਤੇ ਕਿਹਾ, ਮਹਾਰਾਜ, ਮੇਰੇ ਹੁੰਦੇ ਕਲਯੁੱਗ ਨਾ ਆਵੇ। ਗੁਰੂ ਜੀ ਨੇ ਕਿਹਾ, ਨਹੀਂ ਆਏਗਾ, ਪਰ ਇਹਨਾਂ ਦੇ ਪੋਤਰੇ ਮਗਰੋਂ ਇਹਨਾਂ ਦੀ ਬੰਸ ਹੀ ਖਤਮ ਹੋ ਗਈ। ਪਰ ਸਾਹਿਬ ਰਾਮ ਕੌਰ ਜੀ ਨਾਲ ਅਜਬ ਕੌਤਕ ਵਰਤਾ ਕੇ ਉਹਨਾਂ ਨੂੰ ਫਿਰ ਗੁਰੂ ਜੀ ਨੇ ਸ਼ੁੱਧ ਬ੍ਰਹਮ ਗਿਆਨੀ ਬਣਾ ਦਿੱਤਾ। ਇੱਕ ਵੇਰਾ ਗੁਰੂ ਜੀ ਹਾਥੀ 'ਤੇ ਸਵਾਰ ਹੋਣ ਲੱਗੇ ਤਾਂ ਸਾਹਿਬ ਰਾਮ ਕੌਰ ਜੀ ਨੇ ਕਿਹਾ, ਪਾਤਸ਼ਾਹ, ਮੈਂ ਕੌਡਾ ਹੁੰਦਾ ਹਾਂ, ਮੇਰੇ ਉੱਤੇ ਪੈਰ ਰੱਖ ਕੇ ਹਾਥੀ 'ਤੇ ਚੜ੍ਹ ਜਾਓ। ਗੁਰੂ ਜੀ ਨੇ ਕਿਹਾ, ਚੰਗਾ। ਜਦ ਕੌਡੇ ਹੋਏ ਅਤੇ ਗੁਰੂ ਜੀ ਨੇ ਉੱਪਰ ਪੈਰ ਰੱਖ ਕੇ ਭਾਰ ਪਾਇਆ ਤਾਂ ਇੰਨਾ ਭਾਰ ਲੱਗਾ ਕਿ ਸਾਰੀ ਆਤਮਕ ਸ਼ਕਤੀ ਦੇ ਬਲ ਨਾਲ ਵੀ ਸਹਾਰਨਾ ਔਖਾ ਹੋ ਗਿਆ। ਗੁਰੂ ਜੀ ਦੇ ਚਰਨਾਂ 'ਤੇ ਹੱਥ ਲਾ ਕੇ ਕਿਹਾ, ਹੇ ਗੁਰਦੇਵ, ਹੇ ਅਥਾਹ ਦੇ ਟਾਕਰੇ 'ਤੇ ਖੜ੍ਹੇ ਹੋਣ ਵਾਲੇ ਪਿਤਾ ਜੀਓ, ਮੇਰੇ ਵਿੱਚ ਇੰਨੀ ਸਮਰੱਥਾ ਨਹੀਂ ਕਿ ਤੁਹਾਡੇ ਵਿਰਾਟ ਰੂਪ ਹੋਏ ਦੇ ਭਾਰ ਨੂੰ ਸਹਾਰ ਸਕਾਂ। ਮੈਨੂੰ ਬਖਸ਼ੋ। ਇਹ ਸੁਣ ਕੇ ਗੁਰੂ ਜੀ ਨੇ ਪ੍ਰਸੰਨ ਹੋ ਕੇ ਇੱਕੇ ਹੱਥ ਨਾਲ ਫੜ ਕੇ ਰਾਮ ਕੌਰ ਜੀ ਨੂੰ ਹੱਥੀਂ ਉੱਤੇ ਆਪਣੇ ਨਾਲ ਬਿਠਾ ਲਿਆ। ਇਸ ਮਗਰੋਂ ਸਾਹਿਬ ਰਾਮ ਕੌਰ ਜੀ ਨੇ ਅੰਮ੍ਰਿਤ ਛਕ ਕੇ ਆਪਣਾ ਨਾਮ ਗੁਰਬਖਸ਼ ਸਿੰਘ ਰੱਖ ਲਿਆ। ਆਪ ਦੀ ਬੜੀ ਲੰਮੀ ਆਯੂ ਹੋਈ ਅਤੇ ਗੁਰੂ ਜੀ ਦੇ ਮਗਰੋਂ ਆਪ ਸੰਮਤ 1800 ਦੇ ਚੜ੍ਹਦੇ ਤੱਕ ਰਮਦਾਸ ਵਿੱਚ ਰਹੇ ਅਤੇ ਸਿੱਖਾਂ ਨੂੰ 10 ਗੁਰੂ ਸਾਹਿਬਾਂ ਦਾ ਇਤਿਹਾਸ ਸੁਣਾਉਂਦੇ ਰਹੇ। ਸਿੰਘਾਂ ਨੇ ਵਿਪਤ ਕਾਲ ਦੇ ਸਮੇਂ ਵਿੱਚ ਆਪ ਰਮਦਾਸ ਵਿੱਚ ਆ ਰਹੇ ਅਤੇ ਆਏ ਗਏ ਸਿੰਘਾਂ ਦੀ ਪੂਰੀ ਮਦਦ ਕਰਦੇ ਰਹੇ। ਪਰ ਸੂਬਾ ਖਾਂ ਬਹਾਦਰ ਇਹਨਾਂ ਦੇ ਬਚਨਾਂ ਦੀ ਸੱਤਾ ਤੋਂ ਡਰਦਾ ਇਹਨਾਂ ਨਾਲ ਗੱਲ ਨਹੀਂ ਸੀ ਕਰਦਾ ਅਤੇ ਉਹ ਦੁਸ਼ਮਣ ਹੋ ਕੇ ਵੀ ਇਹਨਾਂ ਨੂੰ ਪੂਰਨ ਸੰਤ ਅਤੇ ਬ੍ਰਹਮ ਗਿਆਨੀ ਸਮਝਦਾ ਸੀ। ਸਿੰਘਾਂ ਵਿੱਚ ਆਪ ਦਾ ਸਤਿਕਾਰ ਸੀ ਅਤੇ ਇਸ ਗੱਲ ਦੀ ਖਾਨ ਬਹਾਦਰ ਨੂੰ ਵੀ ਖਬਰ ਸੀ। ਇਸ ਵਾਰੀ ਆਪ ਕਿਸੇ ਕੰਮ ਲਾਹੌਰ ਗਏ ਤਾਂ ਸੂਬੇਦਾਰ ਜ਼ਕਰੀਆ ਖਾਨ ਨੂੰ ਵੀ ਮਿਲੇ। ਉਸ ਨੇ ਸਤਿਕਾਰ ਅਤੇ ਆਦਰ ਤਾਂ ਕੀਤਾ ਅਤੇ ਇੱਕ ਐਸੀ ਘੋੜੀ ਆਪ ਜੀ ਨੂੰ ਭੇਟਾਂ ਕੀਤੀ ਜੋ ਸ਼ਾਹ ਸਵਾਰਾਂ ਨੂੰ ਵੀ ਰਤਾ ਕੋ ਅਵੇਸਲੇ ਹੋਣ 'ਤੇ ਥੱਲੇ ਸੁੱਟ ਦਿੰਦੀ ਸੀ। ਚਲਾਕ ਖਾਨ ਬਹਾਦਰ ਨੇ ਤਾਂ ਬੁੱਢੇ ਕੇ ਦੀ ਬੇਅਦਬੀ 'ਤੇ ਮਖੌਲ ਕਰਨਾ ਚਾਹਿਆ ਸੀ, ਪਰ ਆਪ ਬਿਨਾਂ ਕਾਠੀ ਅਲਾਣੀ ਘੋੜੀ ਦੀ ਕੰਠ 'ਤੇ ਬੈਠ ਗਏ ਅਤੇ ਕਿਹਾ, ਘੋੜੀਏ ਚੱਲ, ਰਮਦਾਸ ਲੈ ਚੱਲ। ਅੱਥਰੀ ਘੋੜੀ ਕੰਨ ਸੁੱਟ ਕੇ ਤੁਰੀ, ਜਿਵੇਂ ਉਸ ਨੂੰ ਮੱਛਰਨਾ ਅਤੇ ਕੁੱਦਣਾ ਭੁੱਲ ਹੀ ਗਿਆ। ਇੱਕ ਵੇਰਾ ਕੁਝ ਮੁਗਲ ਸਿਪਾਹੀਆਂ ਨੇ ਰਮਦਾਸ ਦੇ ਡੇਰੇ ਨੂੰ ਲੁੱਟ ਲਿਆ। ਘੋੜੇ 'ਤੇ ਹੋਰ ਜੋ ਸਮਾਂ ਲੱਭਾ ਉਹ ਸਭ ਕੁਝ ਲੈ ਗਏ ਅਤੇ ਸਾਹਿਬ ਰਾਮ ਕੌਰ ਗੁਰਬਖਸ਼ ਸਿੰਘ ਪਿਛਲੇ ਪਾਸੇ ਆਪਣੇ ਧਿਆਨ ਵਿੱਚ ਮਗਨ ਸਮਾਧੀ ਵਿੱਚ ਬੈਠੇ ਰਹੇ। ਸੂਬੇ ਨੂੰ ਪਤਾ ਲੱਗਾ ਤਾਂ ਉਹ ਆਪ ਮਾਫੀ ਮੰਗਣ ਅਤੇ ਸਮਾਨ ਵਾਪਸ ਕਰਨ ਲਈ ਪੁੱਜਾ। ਸੋ ਇਸ ਤਰ੍ਹਾਂ ਦੇ ਪੂਰਨ ਬ੍ਰਹਮ ਗਿਆਨੀ ਸਾਹਿਬ ਰਾਮ ਕੌਰ ਜੀ ਹੋਏ, ਜੋ ਨੇਮ ਨਾਲ ਗੁਰੂ ਦੀ ਕਥਾ ਅਤੇ ਸਾਖੀਆਂ ਅਖੀਰ ਅਵਸਥਾ ਤੱਕ ਸਿੰਘਾਂ ਨੂੰ ਸੁਣਾਉਂਦੇ ਰਹੇ। ਗੁਰੂ ਗੋਬਿੰਦ ਸਿੰਘ ਜੀ ਨੇ ਦੱਖਣ ਜਾਣ ਲੱਗੇ ਬਚਨ ਕੀਤਾ ਸੀ, ਬੁੱਢੇ ਕੇ, ਜੇ ਸਾਡੇ ਦਰਸ਼ਨ ਕਰਨੇ ਹਨ ਤਾਂ ਰੋਜ਼ ਹੀ ਸ਼ਿਕਾਰ ਚੜ੍ਹਿਆ ਕਰੋ, ਉਸ ਸਮੇਂ ਤੁਹਾਨੂੰ ਸਾਡੇ ਦਰਸ਼ਨ ਹੋਇਆ ਕਰਨਗੇ। ਸੋ ਆਪ ਨੇ ਕੁੱਤੇ ਅਤੇ ਬਾਜ ਸ਼ਿਕਾਰ ਖੇਡਣ ਲਈ ਰੱਖੇ ਹੋਏ ਸਨ ਅਤੇ ਨਿੱਤ ਹੀ ਸ਼ਿਕਾਰ ਖੇਡਣ ਜਾਇਆ ਕਰਦੇ ਸਨ। ਪਹਾੜੀ ਰਾਜਿਆਂ ਨਾਲ ਮੁੱਠ ਭੇੜਾਂ। ਜਦੋਂ ਦਾ ਗੁਰੂ ਜੀ ਨੇ ਅੰਮ੍ਰਿਤ ਤਿਆਰ ਕਰਕੇ ਨਿਆਰਾ ਖਾਲਸਾ ਪੰਥ ਸਜਾਇਆ ਸੀ, ਇਹ ਪਹਾੜੀਏ ਅਤੇ ਉੱਚ ਜਾਤੀਏ ਵਿਸ ਘੋਲ ਰਹੇ ਸਨ ਅਤੇ ਗੁਰੂ ਜੀ ਵਿਰੁੱਧ ਸਾਜ਼ਿਸ਼ਾਂ ਕਰ ਰਹੇ ਸਨ। ਬਜਰੂੜ ਦੇ ਰੰਗੜਾਂ ਅਤੇ ਗੁੱਜਰਾਂ ਨੂੰ ਇਸ ਤੋਂ 7-8 ਸਾਲ ਪਹਿਲੇ ਵੀ ਸੋਧਿਆ ਗਿਆ ਸੀ, ਪਰ ਹੁਣ
ਜਦ ਦਾ ਖਾਲਸਾ ਪੰਥ ਸਾਜਿਆ ਗਿਆ। ਪਹਾੜੀ ਰਾਜਿਆਂ ਦੀ ਸ਼ਹਿ 'ਤੇ ਇਹ ਗੁੱਜਰ ਅਤੇ ਰੰਗੜ ਆਉਂਦੇ ਜਾਂਦੇ ਸਿੱਖਾਂ 'ਤੇ ਹਮਲੇ ਕਰਨ ਲੱਗ ਪਏ ਤੇ ਇਹਨਾਂ ਨੇ ਇਹ ਕੰਮ ਵੱਡੇ ਪੈਮਾਨੇ 'ਤੇ ਸ਼ੁਰੂ ਕੀਤਾ। ਇਹ ਸੁਣ ਕੇ ਗੁਰੂ ਜੀ ਸਿੰਘਾਂ ਸਮੇਤ ਉੱਥੇ ਪੁੱਜੇ ਅਤੇ ਬਜਰੂੜ 'ਤੇ ਹਮਲਾ ਕਰ ਦਿੱਤਾ। ਉਹਨਾਂ ਅੱਗੋਂ ਮੋਰਚੇਬੰਦੀ ਕੀਤੀ ਹੋਈ ਸੀ ਅਤੇ ਚੰਗਾ ਟਾਕਰਾ ਹੋਇਆ, ਪਰ ਛੇਤੀ ਹੀ ਉਹਨਾਂ ਦੀ ਮੋਰਚਾਬੰਦੀ ਤੋੜ ਕੇ ਸਿੰਘ ਨਗਰ ਵਿੱਚ ਦਾਖਲ ਹੋ ਗਏ ਅਤੇ ਫਸਾਦੀ ਗੁੱਜਰਾਂ ਅਤੇ ਰੰਗੜਾਂ ਦੀ ਚੰਗੀ ਸੋਧ ਕੀਤੀ। ਇੱਕ ਵੇਰਾਂ ਗੁਰੂ ਜੀ ਸ਼ਿਕਾਰ ਖੇਡਦੇ ਕੁਝ ਸਿੰਘਾਂ ਨਾਲ ਜੰਗਲਾਂ ਵਿੱਚ ਚਲੇ ਗਏ ਤਾਂ ਰਾਜਾ ਬਲੀਆ ਚੰਦ ਅਤੇ ਆਲਮ ਚੰਦ ਨੇ ਵੇਖਿਆ ਕਿ ਗੁਰੂ ਜੀ ਕੁਝ ਸਿੰਘਾਂ ਨਾਲ ਉਹਨਾਂ ਦੇ ਇਲਾਕੇ ਵਿੱਚ ਸ਼ਿਕਾਰ ਖੇਡ ਰਹੇ ਹਨ। ਉਹ ਦੋਵੇਂ ਚੌਖੀ ਫੌਜ ਲੈ ਕੇ ਗੁਰੂ ਜੀ ਅਤੇ ਸਿੱਖਾਂ ਨੂੰ ਘੇਰਨ ਅਤੇ ਮਾਰਨ ਦੇ ਖਿਆਲ ਨਾਲ ਝੱਟ ਹੀ ਗਲ ਆ ਪਏ, ਪਰ ਸਿੰਘ ਅੱਗੋਂ ਇੰਨੇ ਜ਼ੋਰ ਅਤੇ ਰੋਹ ਨਾਲ ਲੜੇ ਅਤੇ ਗੁਰੂ ਜੀ ਦੇ ਧਨੁਸ਼ ਦੀ ਟਨਕਾਰ ਨੇ ਸੈਂਕੜੇ ਰਣਭੂਮੀ ਵਿੱਚ ਲੁਟਾ ਦਿੱਤੇ। ਬਲੀਆ ਚੰਦ ਜ਼ਖਮੀ ਹੋ ਕੇ ਅਤੇ ਆਲਮ ਚੰਦ ਭੱਜ ਉੱਠੇ। ਸਿੰਘਾਂ ਨੇ ਭੱਜਦਿਆਂ ਦੀ ਵਾੜ ਕੀਤੀ। ਇਹ ਸੁਣ ਕੇ ਪਹਾੜੀ ਰਾਜਿਆਂ ਨੂੰ ਵੱਡਾ ਸ਼ੋਕ ਹੋਇਆ। ਉੱਧਰ ਔਰੰਗਜ਼ੇਬ ਨੂੰ ਵੀ ਖਬਰਾਂ ਮਿਲੀਆਂ ਸਨ ਅਤੇ ਉਸ ਨੇ ਵੀ ਇਸ ਇਲਾਕੇ ਦੀ ਖਬਰਗਿਰੀ ਲਈ ਸੂਬਿਆਂ ਨੂੰ ਲਿਖ ਭੇਜਿਆ ਸੀ। ਇੱਧਰ ਗੁਰੂ ਕੇ ਸਿੰਘ ਦਾਣਾ ਅਤੇ ਘਾਹ ਪੱਠਾ ਆਦਿ ਲੈਣ ਜਾਣ 'ਤੇ ਕੀਮਤ ਲੈ ਕੇ ਵੀ ਜਦ ਕੋਈ ਨਾ ਦੇਵੇ ਤਾਂ ਫਿਰ ਲੁੱਟ ਖਸੁੱਟ ਕਰਕੇ ਲੈ ਆਉਣ। ਇਸ ਗੱਲ ਨੂੰ ਰਾਜਿਆਂ ਨੇ ਵਧਾ ਕੇ ਸੂਬੇ ਸਰਹੰਦ ਨੂੰ ਮਦਦ ਕਰਨ ਲਈ ਕਿਹਾ। ਉਸ ਨੇ ਬਾਦਸ਼ਾਹ ਦੀ ਮਨਜ਼ੂਰੀ ਲੈ ਲਈ। ਸੂਬਾ ਸਰਹੰਦ ਨੇ ਪਹਾੜੀ ਰਾਜਿਆਂ ਦੀ ਮਦਦ ਲਈ ਮੁਗਲ ਸਰਦਾਰ ਦੀਨਾ ਬੇਗ ਅਤੇ ਪੈਂਦੇ ਖਾਂ ਪਠਾਨ ਨੂੰ 5,000 ਫੌਜ ਦੇ ਕੇ ਭੇਜ ਦਿੱਤਾ ਅਤੇ ਕਿਹਾ, ਤੁਸੀਂ ਪਹਾੜੀ ਰਾਜਿਆਂ ਨੂੰ ਵੀ ਨਾਲ ਲਵੋ ਅਤੇ ਗੁਰੂ ਗੋਬਿੰਦ ਸਿੰਘ ਨੂੰ ਕਹਿਲੂਰ ਦੀ ਦੂਣ ਵਿੱਚੋਂ ਕੱਢ ਦਿਓ, ਫੜ ਲਿਆਵੋ ਜਾਂ ਮਾਰ ਦਿਓ, ਜੋ ਵੀ ਹੋ ਸਕੇ ਕਰੋ। ਬਾਦਸ਼ਾਹ ਦਾ ਹੁਕਮ ਐਸਾ ਕਰਨ ਦਾ ਆ ਗਿਆ ਹੈ। ਦੀਨਾ ਬੇਗ ਅਤੇ ਪੈਂਦੇ ਖਾਂ ਦੀ ਲੜਾਈ। ਇਹ ਦੋਵੇਂ ਸਰਦਾਰ ਸਰਹੰਦ ਤੋਂ ਮਾਰੋ ਮਾਰ ਕਰਦੇ ਰੋਪੜ ਪੁੱਜੇ ਤਾਂ ਇੱਥੇ ਭੀਮ ਚੰਦ ਕਹਿਲੂਰੀਏ ਅਤੇ ਕਈ ਹੋਰ ਪਹਾੜੀ ਰਾਜੇ ਫੌਜਾਂ ਸਮੇਤ ਇਹਨਾਂ ਨਾਲ ਆ ਰਲੇ। ਪਠਾਣੀ ਅਤੇ ਮੁਗਲ ਫੌਜਾਂ ਦੀ ਤਾਕਤ ਨੂੰ ਉਹ ਇੰਨਾ ਮੰਨਦੇ ਸਨ ਕਿ ਹੁਣ ਉਹਨਾਂ ਨੂੰ ਆਪਣੀ ਫਤਿਹ 'ਤੇ ਗੁਰੂ ਦੀ ਹਾਰ ਦਾ ਪੂਰਾ ਯਕੀਨ ਹੋ ਗਿਆ ਸੀ। ਗੁਰੂ ਜੀ ਕੋਲ ਕੇਵਲ 5-7 ਹਜ਼ਾਰ ਸਿੱਖ ਸਨ, ਪਰ ਇੱਧਰ 10,000 ਤਾਂ ਤੁਰਕ ਅਤੇ ਇੰਨੀ ਕੁ ਪਹਾੜੀ ਫੌਜ ਆ ਰਲੀ। ਉਹ ਖੁਸ਼ੀ ਵਿੱਚ ਆ ਕੇ ਦੀਨਾ ਬੇਗ ਨੂੰ ਆਖਣ ਲੱਗੇ, ਬਸ ਹੁਣ ਤੁਹਾਡੀ ਕਿਰਪਾ ਨਾਲ ਅਸੀਂ ਰੋਜ਼ ਦੀ ਖੜਖੜ ਅਤੇ ਇਸ ਵੱਡੇ ਬਹਾਦਰ ਗੁਰੂ ਦੀ ਮਾਰ ਤੋਂ ਬਚ ਜਾਵਾਂਗੇ। ਹੁਣ ਜਾਂ ਤਾਂ ਇਸ ਨੂੰ ਈਨ ਮਨਾ ਕੇ ਤਾਬੇਦਾਰੀ ਮਨਵਾਓ ਜਾਂ ਫਿਰ ਫੜ ਕੇ ਲੈ ਜਾਓ, ਅਤੇ ਜੇ ਸਾਡੀ ਤਾਬੇਦਾਰੀ ਮਨਾ ਜਾਓ ਫਿਰ ਤਾਂ ਅਸੀਂ ਜਿੰਨਾ ਧਨ ਕਹੋ ਤੁਹਾਨੂੰ ਮਾਲਾ ਮਾਲ ਕਰਕੇ ਭੇਜਾਂਗੇ। ਪਹਾੜੀ ਰਾਜੇ ਮੁਗਲਾਂ ਦੀ ਤਾਕਤ ਤੋਂ ਕੰਬਦੇ ਸਨ, ਪਰ ਨਿਰਭੈ ਗੁਰੂ ਜੀ ਨੂੰ ਵੀ ਆਪਣੇ ਵਰਗਾ ਹੀ ਸਮਝ ਕੇ ਖੁਸ਼ ਹੋ ਕੇ ਗੱਲਾਂ ਮਾਰ ਰਹੇ ਸਨ। ਰੋਪੜ ਤੋਂ ਤੁਰਦੀ ਹੀ ਦੁਸ਼ਮਣ ਦੇ ਇਸ ਦਲ ਦੀ ਖਬਰ ਗੁਰੂ ਜੀ ਨੂੰ ਮਿਲ ਗਈ ਸੀ, ਪਰ ਅਕਾਲ ਪੁਰਖ ਦੇ ਪੁੱਤਰ ਨੂੰ ਕੋਈ ਭੈ ਕਿਵੇਂ ਹੁੰਦਾ। ਉਹਨਾਂ ਆਪਣੀ ਥਾਵੇਂ ਤਿਆਰੀ ਤਾਂ ਕੀਤੀ ਅਤੇ ਸਿੱਖਾਂ ਨੂੰ ਖਬਰਦਾਰ ਕਰ ਦਿੱਤਾ, ਪਰ ਇਹ ਸਭ ਕੁਝ ਚੜ੍ਹਦੀਆਂ ਕਲਾਂ ਅਤੇ ਧਰਮੀ ਵੀਰ ਬਹਾਦਰਾਂ ਵਾਲੇ ਅਤੇ ਹੌਸਲੇ ਨਾਲ ਕੀਤਾ। ਸਾਲ ਦੇ ਲਗਭਗ ਹੋ ਗਿਆ ਸੀ ਜਦੋਂ ਤੋਂ ਗੁਰੂ ਜੀ ਨੇ ਖਾਲਸਾ ਦੇ ਨਿਆਰੇ ਪੰਥ ਦੀ ਸਾਜਨਾ ਕੀਤੀ ਸੀ। ਇਹ ਰਾਜੇ ਸਿੰਘਾਂ ਵਿੱਚ ਅੰਮ੍ਰਿਤ ਦੀ ਸ਼ਕਤੀ ਦੀ ਤਾਕਤ ਨੂੰ ਪ੍ਰਤੱਖ ਵੇਖ ਰਹੇ ਸਨ, ਪਰ ਅੰਦਰੇ ਅੰਦਰ ਵਿਸ ਘੋਲ ਰਹੇ ਸਨ ਅਤੇ ਆਪ ਲੜ ਕੇ ਉਹਨਾਂ ਦੀ ਕੁਝ ਪੇਸ਼ ਨਹੀਂ ਸੀ ਜਾਂਦੀ। ਇਸ ਲਈ ਉਹਨਾਂ ਸੂਬੇ ਸਰਹੰਦ ਰਾਹੀਂ ਬਾਦਸ਼ਾਹ ਕੋਲ ਗੁਰੂ ਜੀ ਵਿਰੁੱਧ ਅਰਜ਼ੀਆਂ ਭੇਜੀਆਂ ਅਤੇ ਮਨਜ਼ੂਰੀ ਮਿਲਣ 'ਤੇ ਸਰਹੰਦ ਵੱਲੋਂ ਇਹ ਫੌਜ ਉਚੇਚੇ ਤੌਰ 'ਤੇ ਅਨੰਦਪੁਰ 'ਤੇ ਹਮਲਾ ਕਰਨ ਲਈ ਭੇਜ ਦਿੱਤੀ ਗਈ।
ਸ਼ਾਹੀ ਫੌਜ ਜਦ ਬਿਲਕੁਲ ਅਨੰਦਪੁਰ ਦੇ ਨੇੜੇ ਪੁੱਜੀ ਤਾਂ ਗੁਰੂ ਜੀ ਨੇ ਰਣਜੀਤ ਨਗਾਰੇ 'ਤੇ ਚੋਟਾਂ ਲਗਵਾਈਆਂ ਅਤੇ ਸਭ ਸਿੱਖਾਂ ਨੂੰ ਦਾਰੂ ਸਿੱਕਾ ਵਰਤਾ ਕੇ ਆਉਂਦੇ ਦੁਸ਼ਮਣ 'ਤੇ ਹਮਲਾ ਕਰਨ ਦੀ ਪਹਿਲ ਕਰ ਦਿੱਤੀ। ਗੁਰੂ ਜੀ ਆਪ ਵੀ ਨੀਲੇ ਘੋੜੇ 'ਤੇ ਸਵਾਰ ਹੋ ਕੇ ਤੀਰਾਂ ਦੀ ਵਾਛੜ ਕਰਦੇ ਸਿੰਘਾਂ ਦੀ ਅਗਵਾਈ ਕਰਨ ਲੱਗੇ। ਅਕਾਲ ਗਜਾਉਂਦੇ ਸਿੰਘਾਂ ਨੇ ਨੇਜਿਆਂ, ਤਲਵਾਰਾਂ, ਤੀਰਾਂ ਅਤੇ ਬੰਦੂਕਾਂ ਨਾਲ ਬਿਜਲੀ ਵਰਗੀ ਫੁਰਤੀ ਨਾਲ ਹਮਲਾ ਕੀਤਾ ਅਤੇ ਇੱਕਦਮ ਤੁਰਕਾਨੀ ਫੌਜ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ। 5000 ਸਿੰਘਾਂ ਨੇ ਹਮਲੇ ਨੂੰ 10,000 ਤੁਰਕਾਨੀ ਫੌਜ ਨੇ ਮਸਾਂ ਹੀ ਠੱਲਿਆ, ਪਰ ਇੰਨੇ ਵਿੱਚ ਹੀ ਲੋਥ 'ਤੇ ਲੋਥ ਚੜ੍ਹ ਗਈ ਸੀ ਅਤੇ ਖੂਨ ਦੀ ਨਦੀ ਵਗ ਪਈ। ਅਗਲੇ ਪਾਸੇ ਪੈਂਦੇ ਖਾਂ ਕਮਾਨ ਕਰ ਰਿਹਾ ਸੀ। ਬਹਾਦਰ ਸੀ, ਗਿਣਿਆ ਹੋਇਆ ਯੋਧਾ ਸੀ। ਉਸ ਤੋਂ ਸਹਾਰਿਆ ਨਾ ਗਿਆ ਅਤੇ ਉਹ ਗੁਰੂ ਜੀ ਨੂੰ ਲਲਕਾਰਦਾ ਅਤੇ ਵੰਗਾਰਦਾ ਅੱਗੇ ਵਧ ਆਇਆ। ਗੁਰੂ ਜੀ ਕਿਹੜਾ ਘੱਟ ਸਨ, ਝੱਟ ਅੱਗੇ ਵਧੇ ਅਤੇ ਪਹਿਲਾ ਵਾਰ ਕਰਨ ਲਈ ਕਿਹਾ। ਭਾਵੇਂ ਉਹ ਕਹਿੰਦਾ ਸੀ ਕਿ ਗੁਰੂ ਜੀ ਉਸ ਉੱਤੇ ਪਹਿਲਾ ਵਾਰ ਕਰਨ, ਪਰ ਧਰਮ ਧੁਰੰਤਰ ਗੁਰੂ ਜੀ ਨਾ ਮੰਨੇ। ਪੈਂਦੇ ਖਾਂ ਨੇ ਤੀਰ ਕਮਾਨ ਸੰਭਾਲੀ। ਉਸ ਨੂੰ ਵੱਡਾ ਮਾਣ ਅਤੇ ਹੰਕਾਰ ਸੀ ਕਿ ਉਸ ਦਾ ਨਿਸ਼ਾਨਾ ਕਦੇ ਖਾਲੀ ਨਹੀਂ ਗਿਆ, ਪਰ ਗੁਰੂ ਜੀ ਵੀ ਤਾਂ ਘੋੜੇ ਨੂੰ ਨਚਾ ਟਪਾ ਰਹੇ ਸਨ। ਇਸ ਲਈ ਪੈਂਦੇ ਖਾਂ ਦਾ ਤੀਰ ਗੁਰੂ ਜੀ ਦੇ ਕੰਨ ਕੋਲੋਂ ਛਾਂ ਕਰਦਾ ਲੰਘ ਗਿਆ ਤਾਂ ਗੁਰੂ ਜੀ ਨੇ ਕਿਹਾ, ਬਸ, ਵਾਹ ਬਈ ਵਾਹ, ਸ਼ਾਬਾਸ਼ ਹੈ ਤੇਰੇ। ਪਠਾਨ ਭਾਵੇਂ ਸ਼ਰਮਿੰਦਾ ਅਤੇ ਹੈਰਾਨ ਸੀ ਕਿ ਕੀ ਗੱਲ ਹੈ, ਅੱਜ ਮੇਰੀ ਧਨੁਸ਼ ਵਿੱਦਿਆ ਕੰਮ ਨਹੀਂ ਆ ਰਹੀ, ਪਰ ਗੁਰੂ ਜੀ ਦੇ ਕਹਿਣ 'ਤੇ ਦੂਜਾ ਤੀਰ ਚਲਾ ਦਿੱਤਾ ਤਾਂ ਉਹ ਵੀ ਖਾਲੀ ਲੰਘ ਗਿਆ। ਤੀਰ ਚਲਾਉਣ 'ਤੇ ਪਹਿਲੇ ਉਸ ਦੇ ਸਾਥੀਆਂ ਦਾ ਪੱਕਾ ਖਿਆਲ ਸੀ ਕਿ ਪਠਾਨ ਗੁਰੂ ਜੀ ਨੂੰ ਛੱਡੇਗਾ ਨਹੀਂ, ਕਿਉਂਕਿ ਪਠਾਨ ਨੇ ਆਪ ਹੰਕਾਰ ਨਾਲ ਕਿਹਾ ਸੀ ਕਿ ਮੈਂ ਬਹਾਦਰ ਹਾਂ ਅਤੇ ਨਿਰਬਲ 'ਤੇ ਪਹਿਲੇ ਵਾਰ ਨਹੀਂ ਕਰਦਾ। ਪਰ ਉਸ ਦੇ ਵਾਰ ਖਾਲੀ ਜਾਂਦੇ ਵੇਖ ਕੇ ਉਸ ਦੇ ਸਾਥੀ ਹੈਰਾਨ ਹੋ ਗਏ। ਇਸ ਦੇ ਉਲਟ ਗੁਰੂ ਜੀ ਦੇ ਪਹਿਲੇ ਤੀਰ ਨਾਲ ਉਸ ਗੁਮਾਨੀ ਪਠਾਨ ਦੀ ਪੁੜਪੜੀ ਵਿੱਚ ਵਿੰਨ੍ਹੀ ਗਈ ਅਤੇ ਉਹ ਧੜੈਂ ਕਰਦਾ ਘੋੜਿਓਂ ਥੱਲੇ ਆ ਗਿਆ। ਜਿਸ ਸਮੇਂ ਪਠਾਨ ਅਤੇ ਗੁਰੂ ਜੀ ਲੜਨ ਲੱਗੇ, ਉਸ ਸਮੇਂ ਬਾਕੀ ਫੌਜਾਂ ਇਹਨਾਂ ਦੇ ਦੁੰਦ ਯੁੱਧ ਵੇਖਣ ਲਈ ਖਲੋ ਗਈਆਂ ਸਨ, ਪਰ ਪਠਾਨ ਦੇ ਮਰਦੇ ਹੀ ਤੁਰਕਾਨੀ ਸੈਨਾ ਇੱਕਦਮ ਹਮਲਾਵਰ ਹੋ ਗਈ। ਉਹ ਅੱਗੇ ਵਧ ਕੇ ਲੜ ਰਹੇ ਗੁਰੂ ਜੀ ਨੂੰ ਘੇਰਨਾ ਚਾਹੁੰਦੀ ਸੀ, ਪਰ ਗੁਰੂ ਜੀ ਦੇ ਸਿੰਘਾਂ ਨੇ ਵੀ ਦੇਰ ਨਾ ਲਾਈ। ਝੱਟ ਹੀ ਹੱਥੋਂ ਹੱਥ ਦਾ ਘਮਸਾਨ ਮਚ ਗਿਆ। ਦੀਨੇ ਬੇਗ ਭਾਵੇਂ ਇਸ ਸਮੇਂ ਬੜਾ ਲੜਿਆ, ਪਰ ਪਹਾੜੀਏ ਇਸ ਮਾਰ ਨੂੰ ਨਾ ਸਹਾਰ ਸਕੇ ਅਤੇ ਨੱਸ ਉੱਠੇ। ਦੀਨਾ ਬੇਗ ਜ਼ਖਮੀ ਹੋ ਗਿਆ ਅਤੇ ਉਸ ਨੇ ਵੀ ਭੱਜ ਜਾਣ ਵਿੱਚ ਹੀ ਆਪਣਾ ਬਚਾਅ ਸਮਝਿਆ। ਸੋ ਭੱਜਦਿਆਂ ਨੂੰ ਸਿੰਘਾਂ ਨੇ ਚੰਗੀ ਢਾਹ ਪਾਈ ਅਤੇ ਸਰਸਾ ਟਪਾ ਕੇ ਪਿੱਛੇ ਮੁੜੇ। ਹਜ਼ਾਰਾਂ ਪਠਾਨ ਅਤੇ ਮੁਗਲ ਫੌਜੀ ਮਾਰੇ ਗਏ ਅਤੇ ਜੋ ਦਾਰੂ ਸਿੱਕਾ ਲਿਆਏ ਸਨ ਉਹ ਵੀ ਬਚਾ ਨਾ ਸਕੇ ਅਤੇ ਸਭ ਕੁਝ ਸਿੰਘਾਂ ਦੇ ਹੱਥ ਲੱਗ ਗਿਆ। ਤੁਰਕ ਮਾਰ ਖਾ ਕੇ ਪਹਾੜੀਆਂ ਨੂੰ ਗਾਲਾਂ ਕੱਢ ਰਹੇ ਸਨ ਅਤੇ ਇਸ ਦੇ ਨਾਲ ਹੀ ਗੁਰੂ ਜੀ ਦੀ ਬਹਾਦਰੀ ਅਤੇ ਸਿੰਘਾਂ ਦੀ ਦਲੇਰੀ ਦਾ ਸਿੱਕਾ ਉਹਨਾਂ 'ਤੇ ਬੈਠ ਗਿਆ ਸੀ।